ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇ ਅੱਜ ਦੇ ਖਾਸ ਐਪੀਸੋਡ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਅੱਜ ਇੱਕ ਸਪੈਸ਼ਲ ਸਟੋਰੀ ਲੈ ਕੇ ਆਈ ਹਾਂ, ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਲਈ, ਜਿਹੜੀਆਂ ਫੀਮੇਲ ਸਟੂਡੈਂਟਸ ਨੇ। ਅਸੀਂ ਆਏ ਹਾਂ ਜੀ ਇੱਥੇ ਮਿਹਨਤਾਂ ਕਰਨ ਲਈ। ਅਸੀਂ ਬੜੀ ਛੇਤੀ ਆਪਣੇ ਵਿਚਾਰ ਬਦਲ ਲੈਂਦੇ ਹਾਂ। ਅਸੀਂ ਇੱਥੇ ਆ ਕੇ ਕਹਿੰਦੇ ਹਾਂ ਜੀ ਜਿਹੜੀਆਂ ਕੁੜੀਆਂ ਨੇ, ਜਿਹੜੀਆਂ ਇੱਥੇ ਆ ਕੇ ਪੜ੍ਹਨ ਲਈ ਆਉਂਦੀਆਂ ਨੇ, ਉਹਨਾਂ ਦੀਆਂ ਡਰੈਸਿਸ ਬੜੀ ਛੇਤੀ ਛੋਟੀਆਂ ਹੋ ਜਾਂਦੀਆਂ ਨੇ। ਅਸੀਂ ਕਹਿੰਦੇ ਹਾਂ ਕਿ ਉਹ ਮਿਹਨਤਾਂ ਨਹੀਂ ਕਰਦੀਆਂ। ਅਸੀਂ ਬਹੁਤ ਅਜਿਹੇ ਜਿਹੜੇ ਆ ਗੱਲਾਂ ਬਾਤਾਂ ਕੁੜੀਆਂ ਨੂੰ ਲੈ ਕੇ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਕਿ ਪੈਸੇ ਕਮਾਉਣ ਲਈ ਬਹੁਤ ਸ਼ਾਰਟਕਟ ਯੂਜ਼ ਕਰਦੀਆਂ ਨੇ। ਪਰ ਜਿਹੜੀਆਂ ਕੁੜੀਆਂ ਮਿਹਨਤਾਂ ਕਰਦੀਆਂ ਨੇ, ਸੱਚਾਈ ਇਹ ਆ ਕਿ ਮਿਹਨਤਾਂ ਉਹਨਾਂ ਨੂੰ ਵੀ ਕਰਨ ਨਹੀਂ ਦਿੱਤੀਆਂ ਜਾਂਦੀਆਂ। ਸੋ ਇਹਦੇ ਬਾਰੇ ਅੱਜ ਇੱਕ ਸਟੋਰੀ ਮੈਂ ਲੈ ਕੇ ਆਈ ਹਾਂ। ਇਹ ਸਟੋਰੀ ਛਪੀ ਸੀ SBS ਪੰਜਾਬੀ ਦੇ ਵਿੱਚ। ਆਸਟ੍ਰੇਲੀਆ ਦੀ ਇਹ ਸਟੋਰੀ ਆ, ਪਰ ਮੈਂ ਸੋਚਿਆ ਕਿ ਇਸਨੂੰ ਮੈਂ ਹਮਦਰਦ ਟੀਵੀ ਦੇ ਉੱਤੇ ਜ਼ਰੂਰ ਦਿਖਾਵਾਂ, ਕਿਉਂਕਿ ਸਟੋਰੀ ਹੈਗੀ ਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ, ਇੰਟਰਨੈਸ਼ਨਲ ਫੀਮੇਲ ਸਟੂਡੈਂਟਸ ਨੂੰ ਲੈ ਕੇ, ਜਿੱਥੇ ਇਹ ਜਿਹੜੀ ਸਟੋਰੀ ਆ ਹਾਈਲਾਈਟ ਕਰ ਰਹੀ ਹੈ ਕਿ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਕੁੜੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਪੈਂਡੈਮਿਕ ਦੇ ਦੌਰਾਨ। ਤੇ ਇਹ ਸਾਡੀ ਭਾਰਤ ਦੀ ਜਿਹੜੀ ਕਮਿਊਨਿਟੀ ਆ ਨਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਹਮੇਸ਼ਾ ਬਗਾਨੇ ਮੁਲਕ 'ਚ ਅਸੀਂ ਇੱਕ ਦੂਸਰੇ ਦੀ ਹੈਲਪ ਕਰਦੇ ਹਾਂ, ਸੋ ਇਹਨਾਂ ਦਾ ਕੀ ਰਵੱਈਆ ਸੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ, ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਸੋ ਸਾਡੀ ਇਸ ਸਟੋਰੀ ਨਾਲ ਬਣੇ ਰਹੋ। ਸਟੋਰੀ ਚਾਹੇ ਆਸਟ੍ਰੇਲੀਆ ਦੀ ਆ, ਪਰ ਫੀਮੇਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਜਿਹੀਆਂ ਮੁਸੀਬਤਾਂ ਦਾ ਸਾਹਮਣਾ, ਅਜਿਹੀਆਂ ਇਸ ਵਕਤ ਜੋ ਉਹਨਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਪ੍ਰੋਬਲਮਸ, ਇਸ ਦਾ ਸਾਹਮਣਾ ਲਗਭਗ ਸਾਰੇ ਪਾਸੇ ਕਰਨਾ ਪੈ ਰਿਹਾ। ਨਾ ਸਿਰਫ ਆਪਣੇ ਭਾਰਤ ਦੇ ਵਿੱਚ, ਬਲਕਿ ਜਿੱਥੇ-ਜਿੱਥੇ ਵੀ ਉਹ ਗਈਆਂ ਨੇ, ਉੱਥੇ ਸਭ ਪਾਸੇ ਉਹਨਾਂ ਨੂੰ ਇਹ ਮੁਸੀਬਤਾਂ, ਇਹ ਸਾਰੇ ਸਰਕਮਸਟੈਂਸਿਸ ਫੇਸ ਕਰਨੇ ਪੈ ਰਹੇ ਨੇ। ਸੋ ਸ਼ੁਰੂਆਤ ਕਰਦੇ ਹਾਂ ਜੀ ਆਸਟ੍ਰੇਲੀਆ ਦੀ ਪੂਜਾ ਤੋਂ। ਮੈਂ ਤੁਹਾਨੂੰ ਦੱਸਾਂ ਕਿ SBS ਦੇ ਹਵਾਲੇ ਤੋਂ ਮੈਂ ਇਹ ਖਬਰ ਸਾਰੀ ਹੈ ਤੁਹਾਨੂੰ ਨਾਲ ਦੱਸ ਰਹੀ ਹਾਂ। ਪੂਜਾ ਆਸਟ੍ਰੇਲੀਆ ਦੇ ਵਿੱਚ ਪੜ੍ਹਨ ਲਈ ਗਈ ਸੀ, ਇੰਟਰਨੈਸ਼ਨਲ ਸਟੂਡੈਂਟ ਸੀ, ਜਿਸ ਦੀ ਉਮਰ ਮਹਿਜ਼ 19 ਸਾਲ ਸੀ। ਸੋ ਤੁਹਾਨੂੰ ਦੱਸ ਸੀ ਕਿ 2019 ਦੇ ਵਿੱਚ ਪੂਜਾ ਜਿਹੜੀ ਆ ਪੜ੍ਹਨ ਲਈ ਗਈ ਆਸਟ੍ਰੇਲੀਆ। ਉਸ ਤੋਂ ਕੁਝ ਹੀ ਦੇਰ ਬਾਅਦ ਪੈਂਡੈਮਿਕ ਸ਼ੁਰੂ ਹੋ ਜਾਂਦਾ। ਪੈਂਡੈਮਿਕ ਦੇ ਕਰਕੇ ਅਸੀਂ ਜਾਣਦੇ ਹਾਂ ਕਿ ਬਹੁਤੇ ਜਿਹੜੇ ਆ ਇੰਟਰਨੈਸ਼ਨਲ ਸਟੂਡੈਂਟਸ ਇਸ ਦੀ ਮਾਰ ਹੇਠ ਵੀ ਬਹੁਤ ਆਏ ਨੇ, ਉਹਨਾਂ ਦੀਆਂ ਜੌਬਸ ਗਈਆਂ ਨੇ, ਜਿਹਦੇ ਕਰਕੇ ਉਹਨਾਂ ਦਾ ਸਰਵਾਈਵਲ ਬਹੁਤ ਔਖਾ ਹੋ ਗਿਆ, ਰਹਿਣਾ ਸਹਿਣਾ ਬਹੁਤ ਔਖਾ ਹੋ ਗਿਆ। ਖਾਸ ਤੌਰ ਤੇ ਕੁੜੀਆਂ ਲਈ ਵੀ ਬਹੁਤ ਔਖਾ ਹੋ ਗਿਆ, ਕਿਵੇਂ ਰੈਂਟ ਪੇ ਕਰਨ, ਕਿਵੇਂ ਸਭ ਕੁਝ ਪੇ ਕਰਨ। ਅਜਿਹੇ ਦੇ ਵਿੱਚ ਸਟੂਡੈਂਟਸ ਨੇ ਵੀ ਹਾਰ ਨਹੀਂ ਮੰਨੀ। ਕੁੜੀਆਂ ਵੀ ਜਿਸ ਤਰੀਕੇ ਨਾਲ ਕਰ ਸਕਦੀਆਂ ਸੀ, ਆਪਣੀ ਅਜੇ ਵੀ ਮਿਹਨਤ ਜਾਰੀ ਕਰ ਰਹੀਆਂ ਨੇ ਤੇ ਆਪਣੀ ਕਮਾਈ ਵੀ ਕਰ ਰਹੀਆਂ ਨੇ, ਨਾਲ ਦੀ ਨਾਲ ਆਪਣਾ ਗੁਜ਼ਾਰਾ ਵੀ ਕਰ ਰਹੀਆਂ ਨੇ। ਸੋ ਪੂਜਾ ਜਦੋਂ ਇੱਥੇ ਆਈ ਤਾਂ ਪੈਂਡੈਮਿਕ ਦੇ ਹੋਣ ਕਰਕੇ ਉਹਦੀ ਜੌਬ ਚਲੀ ਗਈ। ਅਸੀਂ ਸੋਸ਼ਲ ਮੀਡੀਆ ਤੇ ਵੀ ਉਹਦੀ ਦੇਖੀ ਸੀ ਤੇ ਨਿਊਜ਼ ਵੀ ਪ੍ਰਕਾਸ਼ਿਤ ਕੀਤੀ ਸੀ ਕਿ ਉਹਨੇ ਹਾਰ ਨਹੀਂ ਮੰਨੀ ਤੇ ਸੈਨੀਟਾਈਜ਼ਰ ਵੇਚ ਕੇ ਜਿਹੜਾ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਉਹਨੇ ਪੋਸਟ ਪਾਈ ਕਿ ਇੰਟਰਨੈਸ਼ਨਲ ਸਟੂਡੈਂਟਸ ਅਜਿਹੀ ਔਖੀ ਘੜੀ ਵਿੱਚ ਵੀ ਪਿੱਛੇ ਨਹੀਂ ਹਟ ਰਹੇ ਤੇ ਆਪਣਾ ਪੂਰਾ ਹਾਰਡ ਵਰਕ ਕਰ ਰਹੇ ਨੇ ਆਪਣੇ ਜਿਹੜੇ ਆ ਐਕਸਪੈਂਸਿਵਸ ਨੂੰ ਪੂਰਾ ਕਰਨ ਦੇ ਲਈ। ਜਿਵੇਂ ਹੀ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਪਾਈ ਤਾਂ ਬਹੁਤ ਸਾਰੇ ਲੋਕਾਂ ਨੇ ਉਹਦੀ ਹੌਸਲਾ ਅਫਜ਼ਾਈ ਕੀਤੀ, ਉਹਨੂੰ ਬਹੁਤ ਸਾਰਾ ਮਾਣ ਸਤਿਕਾਰ ਮਿਲਿਆ। ਪਰ ਇਹਦੇ ਵਿੱਚ ਕੁਝ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੇ ਇਸ ਦਾ ਨਜਾਇਜ਼ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ। ਤੁਹਾਨੂੰ ਦੱਸੀਏ ਕਿ ਪੂਜਾ ਕਹਿੰਦੀ ਹੈ ਕਿ ਉਹਨੂੰ ਜਿੱਥੇ ਲੋਕਾਂ ਨੇ ਕਾਫੀ ਜ਼ਿਆਦਾ ਉਹਦੀ ਪ੍ਰਸ਼ੰਸਾ ਕੀਤੀ ਕਿ ਉਹ ਸੈਨੀਟਾਈਜ਼ਰ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੀ ਆ, ਅਜਿਹੀ ਸਿਚੁਏਸ਼ਨ ਦੇ ਵਿੱਚ ਕਈ ਲੋਕੀ ਅਜਿਹੇ ਵੀ ਸੀ ਜਿਨ੍ਹਾਂ ਨੇ ਉਸ ਨੂੰ ਪੁੱਠੇ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ। ਸੋ ਕੀ ਸੀ ਉਹ ਪੁੱਠੇ ਮੈਸੇਜ, ਉਹ ਵੀ ਤੁਹਾਨੂੰ ਦੱਸਦੇ ਹਾਂ। ਸੋ ਦੋਸਤੋ, ਪੂਜਾ ਨੂੰ ਲੱਗਿਆ ਕਿ ਮੈਸੇजेस ਕਰਨ ਵਾਲੇ ਨੇ ਸ਼ਾਇਦ ਉਹਦੀ ਹੈਲਪ ਕਰਨਾ ਚਾਹੁੰਦੇ ਨੇ, ਉਹਦੇ ਤੋਂ ਸੈਨੀਟਾਈਜ਼ਰ ਲੈਣਾ ਚਾਹੁੰਦੇ ਨੇ ਤੇ ਅਜਿਹੇ ਵਿੱਚ ਸ਼ਾਇਦ ਉਹਦੀ ਇਨਕਮ ਵਿੱਚ ਥੋੜਾ ਹੋਰ ਵਾਧਾ ਹੋਊਗਾ। ਹੁਣ ਉਹਨੂੰ ਘਰ-ਘਰ ਜਾ ਕੇ ਸੈਨੀਟਾਈਜ਼ਰ ਵੇਚਣ ਦੀ ਜਗ੍ਹਾ, ਆਨਲਾਈਨ ਸੈਨੀਟਾਈਜ਼ਰ ਵੇਚਣ ਦੀ ਜਗ੍ਹਾ, ਜੇ ਲੋਕੀ ਇਸ ਤਰੀਕੇ ਨਾਲ ਸੈਨੀਟਾਈਜ਼ਰ ਲੈਣ ਲਈ ਆ ਰਹੇ ਨੇ ਤਾਂ ਉਹਦੇ ਲਈ ਜ਼ਿਆਦਾ ਈਜ਼ੀ ਹੋਏਗਾ। ਪਰ ਮੈਸੇजेस ਕੁਝ ਹੋਰ ਹੀ ਸੀ। ਅਜਿਹੇ ਵਾਹੀਆਤ ਮੈਸੇਜ ਸੀ ਜਿਨ੍ਹਾਂ ਦੇ ਬਾਰੇ ਗੱਲ ਕਰਨਾ ਵੀ ਜਿਹੜਾ ਇੱਥੇ ਮੁਸ਼ਕਿਲ ਹੋ ਰਿਹਾ। ਉਸ ਤੋਂ ਨਿੱਜੀ ਸੇਵਾਵਾਂ ਦੀ ਮੰਗ ਹੋਣ ਲੱਗ ਪਈ। ਕੋਈ ਉਸ ਨੂੰ ਫਰੈਂਡ ਰਿਕੁਐਸਟ ਭੇਜਣ ਲੱਗ ਗਿਆ, ਕੋਈ ਕਹਿਣ ਲੱਗ ਗਿਆ ਕਿ ਫਰੈਂਡਸ਼ਿਪ ਦੇ ਬਾਰੇ ਵਿੱਚ ਪੁੱਛਣ ਲੱਗ ਗਿਆ। ਕਈ ਤਾਂ ਅਜਿਹੇ ਸੀ ਜਿਹੜੇ ਕਹਿ ਰਹੇ ਸੀਗੇ ਕਿ ਉਸ ਨੂੰ ਮਸਾਜ ਆਫਰ ਕਰਨ ਲੱਗ ਗਏ ਕਿ ਜੇਕਰ ਉਹ ਮਸਾਜ ਕਰਦੀ ਹੈ ਤਾਂ ਉਸ ਇੱਕ ਮਸਾਜ ਲਈ ਉਸ ਨੂੰ $150 ਤੱਕ ਦਿੱਤੇ ਜਾਣਗੇ, ਜਿਹਦੇ ਨਾਲ ਉਹ ਆਪਣਾ ਗੁਜ਼ਾਰਾ ਵਧੀਆ ਕਰ ਸਕਦੀ ਆ। ਪੂਜਾ ਬਹੁਤ ਹੈਰਾਨ ਸੀ। ਪੂਜਾ ਕਹਿੰਦੀ ਕਿ ਉਹਨੇ ਕੋਈ ਇਹੋ ਜਿਹਾ ਮੈਸੇਜ ਵੀ ਨਹੀਂ ਪਾਇਆ, ਉਹਨੇ ਸਿਰਫ ਗੱਲ ਕੀਤੀ ਸੀ ਕਿ ਉਹ ਸੈਨੀਟਾਈਜ਼ਰ ਵੇਚ ਰਹੀ ਹੈ। ਇਸ ਦੇ ਬਾਵਜੂਦ ਲੋਕੀ ਅਜਿਹੇ ਮੈਸੇजेस ਕਰ ਰਹੇ ਨੇ। ਉਹ ਹੈਰਾਨ ਵੀ ਸੀ, ਉਹ ਪਰੇਸ਼ਾਨ ਵੀ ਸੀ, ਕਿਉਂਕਿ ਐਵੇਂ ਦੇ ਮੈਸੇजेस ਦਾ ਸਿਲਸਿਲਾ ਜਿਹੜਾ ਰੁਕਣਾ ਸ਼ੁਰੂ ਨਹੀਂ ਹੋਇਆ। ਪੂਜਾ ਨੂੰ ਲੱਗਿਆ ਕਿ ਇਹ ਬਹੁਤ ਜ਼ਿਆਦਾ ਹੋ ਰਿਹਾ। ਮੈਂਟਲੀ ਉਹ ਤੌਰ ਦੇ ਉੱਤੇ ਉਹ ਬਹੁਤ ਜ਼ਿਆਦਾ ਡਿਸਟਰਬ ਹੋਣ ਲੱਗ ਪਈ। ਬਹੁਤ ਸਾਰੇ ਲੋਕਾਂ ਨੂੰ ਉਹਨੂੰ ਬਲੌਕ ਵੀ ਕੀਤਾ, ਉਹਨੇ ਵੀ ਬਹੁਤ ਸਾਰੇ ਲੋਕਾਂ ਨੂੰ ਬਲੌਕ ਕੀਤਾ। ਬਾਰ-ਬਾਰ ਮੈਸੇजेस ਤੇ ਰਿਪਲਾਈ ਕਰ ਕਰਕੇ ਵੀ ਉਹ ਥੱਕ ਚੁੱਕੀ ਸੀ। ਪੂਜਾ ਦੱਸਦੀ ਹੈ ਕਿ ਇੱਕ ਪਰਸਨ ਤਾਂ ਅਜਿਹਾ ਸੀ ਜਿਹੜਾ ਉਸ ਨੂੰ ਬਾਰ-ਬਾਰ ਤੰਗ ਕਰ ਰਿਹਾ ਸੀ। ਉਸ ਨੂੰ ਕਹਿ ਰਿਹਾ ਸੀਗਾ ਕਿ ਉਹ ਉਸਤੇ ਸਾਰੇ ਸੈਨੀਟਾਈਜ਼ਰਸ ਖਰੀਦ ਲੂਗਾ, ਪਰ ਬਦਲੇ ਵਿੱਚ ਉਹ ਕੀ ਦਊਗੀ। ਪੂਜਾ ਦੱਸਦੀ ਹੈ ਕਿ ਇੱਕ ਪਰਸਨ ਨੇ ਤਾਂ ਉਹਨੂੰ 6-7 ਵਾਰ ਮੈਸੇਜ ਕੀਤਾ,
ਜਿਹਦੀ ਉਮਰ 30 ਤੋਂ ਲੈ ਕੇ 40 ਸਾਲ ਦੇ ਕਰੀਬ ਸੀ, ਵਿਆਹਿਆ ਹੋਇਆ ਸੀ, ਬੱਚਿਆਂ ਵਾਲਾ ਸੀ ਤੇ ਉਸ ਨੂੰ ਬਾਰ-ਬਾਰ ਇਹੀ ਆਫਰ ਕਰ ਰਿਹਾ ਸੀ ਕਿ ਉਹ ਉਸ ਨੂੰ ਮਸਾਜ ਦੇਵੇ, ਇਸ ਦੇ ਬਦਲੇ ਵਿੱਚ ਉਹ ਉਸ ਤੋਂ ਸਾਰੇ ਸੈਨੀਟਾਈਜ਼ਰ ਖਰੀਦ ਲੇਗਾ। ਤੁਸੀਂ ਦੇਖੋ ਕਿ ਇੱਕ ਕੁੜੀ ਜਿਹੜੀ ਆ ਕੰਮਕਾਰ ਕਰਕੇ ਆਪਣਾ ਗੁਜ਼ਾਰਾ ਕਰਨਾ ਚਾਹੁੰਦੀ ਹੈ ਤੇ ਸਾਡੇ ਆਪਣੇ ਭਾਰਤੀ ਜਿਹੜੇ ਮਰਦ ਨੇ ਉਹੀ ਕਿਸ ਤਰੀਕੇ ਨਾਲ ਉਸ ਦਾ ਨਜਾਇਜ਼ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਆ। ਜਿਸ ਹਾਲਾਤ ਵਿੱਚ ਸਟੂਡੈਂਟਸ ਆਪਣਾ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਦੇ ਆ, ਸਾਡੇ ਆਪਣੇ ਹੀ ਲੋਕ ਉਹਨਾਂ ਨੂੰ ਮਿਹਨਤ ਤੋਂ ਪਿੱਛੇ ਕਰਕੇ ਅਜਿਹੀਆਂ ਚੀਜ਼ਾਂ ਵਿੱਚ ਲਗਾਉਣ ਦੀ ਕੋਸ਼ਿਸ਼ ਕਰਦੇ ਆ। ਪੂਜਾ ਜੀ ਇਕੱਲੀ ਨਹੀਂ ਸੀ। ਪੂਜਾ ਕਹਿੰਦੀ ਕਿ ਇਹ ਸਭ ਦੇਖ ਕੇ ਮੈਂ ਵੀ ਥੱਕ ਚੁੱਕੀ ਸੀ ਤੇ ਮੈਂ ਅੱਕ ਚੁੱਕੀ ਸੀ ਕਿ ਮੈਂ ਕੀ ਕਰਾਂ। ਉਹ ਕਹਿੰਦੀ ਮੈਂ ਹੈਰਾਨ ਸੀ, ਮੈਂ ਪਰੇਸ਼ਾਨ ਸੀ ਕਿ ਮੈਂ ਇਹਨਾਂ ਤੋਂ ਛੁਟਕਾਰਾ ਕਿੱਦਾਂ ਪਾਵਾਂ। ਉਹ ਕਹਿੰਦੀ ਹੈ ਕਿ ਉਹਨੂੰ ਇਹ ਵੀ ਕਹਿ ਰਿਹਾ ਸੀਗਾ ਕਿ ਮੈਂ ਤੈਨੂੰ ਇੰਨੀ ਕੁ ਮਨੀ ਦੇ ਦੂੰਗਾ, ਤੂੰ ਆਪਣਾ ਰੈਂਟ ਜਿਹੜਾ ਹੈ ਕੱਢ ਸਕਦੀ ਆ। ਪੂਜਾ ਕਹਿੰਦੀ ਕਿ ਉਹ ਸੇਲ ਕਰਦੀ ਸੀ, ਸੈਨੀਟਾਈਜ਼ਰ ਵੇਚਦੀ ਸੀ, ਉਹਦੇ ਕੋਲ ਇੰਨੀ ਕੁ ਮਨੀ ਹੈਗੀ ਸੀ ਕਿ 2 ਮਹੀਨੇ ਦਾ ਆਪਣਾ ਰੈਂਟ ਉਹ ਦੇ ਸਕੇ। ਇਸ ਤੋਂ ਬਾਅਦ ਉਹ ਇੰਨੀ ਕੁ ਪਰੇਸ਼ਾਨ ਹੋ ਗਈ ਇਹਨਾਂ ਲੋਕਾਂ ਤੋਂ ਕਿ ਉਹਨੇ ਆਪਣੇ ਪੇਰੈਂਟਸ ਨਾਲ ਵੀ ਇਸ ਬਾਰੇ ਗੱਲ ਨਹੀਂ ਕੀਤੀ, ਕਿਉਂਕਿ ਉਹਨੂੰ ਇਹ ਸੀ ਕਿ ਜੇਕਰ ਉਹ ਆਪਣੇ ਪੇਰੈਂਟਸ ਨਾਲ ਇਸ ਬਾਰੇ ਗੱਲ ਕਰੂਗੀ ਤਾਂ ਉਹਦੇ ਪੇਰੈਂਟਸ ਹੋਰ ਜ਼ਿਆਦਾ ਪਰੇਸ਼ਾਨ ਹੋਣਗੇ। ਸੋ ਕੱਲੀ ਉਹ ਇਹਨਾਂ ਸਾਰੀਆਂ ਮੁਸੀਬਤਾਂ ਨਾਲ ਉਹ ਲੜਦੀ ਰਹੀ। ਪੂਜਾ ਨੇ ਐਵੇਂ ਦੇ ਲੋਕਾਂ ਲਈ ਇਹੀ ਸੰਦੇਸ਼ ਦਿੱਤਾ ਕਿ ਜੇਕਰ ਅਜਿਹੇ ਸਮੇਂ ਵਿੱਚ ਤੁਸੀਂ ਸਾਡੀ ਹੈਲਪ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਸਾਡਾ ਨਜਾਇਜ਼ ਫਾਇਦਾ ਚੁੱਕਣ ਦੀ ਕੋਸ਼ਿਸ਼ ਤਾਂ ਨਾ ਕਰੋ। ਦੋਸਤੋ, ਪੂਜਾ ਅਜਿਹੀ ਇਕੱਲੀ ਨਹੀਂ ਹੈਗੀ ਤੇ ਸਿਰਫ ਆਸਟ੍ਰੇਲੀਆ ਨਹੀਂ ਜਿੱਥੇ ਸਾਰਾ ਕੁਝ ਹੁੰਦਾ ਆ, ਬਾਕੀ ਮੁਲਕ ਵੀ ਨੇ ਜਿੱਥੇ ਕਿ ਕੁੜੀਆਂ ਨੂੰ ਅਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆ। ਬਹੁਤ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਆਪਣੀ ਮਿਹਨਤ ਕਰਦੀਆਂ ਨੇ, ਆਪਣੀ ਹੋਂਦ ਨੂੰ ਬਚਾਉਂਦੀਆਂ ਨੇ ਤੇ ਆਪਣੀ ਸਖਤ ਮਿਹਨਤ ਨਾਲ ਗੁਜ਼ਾਰਾ ਕਰਦੀਆਂ ਨੇ। ਪੂਜਾ ਇਕੱਲੀ ਨਹੀਂ ਹੈਗੀ ਜਿਹਦੇ ਨਾਲ ਇਹ ਸਾਰਾ ਕੁਝ ਹੋਇਆ। ਇੱਕ ਹੋਰ ਕਹਾਣੀ ਸੁਣਾਉਣੀ ਹੈ ਤੁਹਾਨੂੰ ਸੋਨੀਆ ਦੀ। ਨਾਮ ਇਹਨਾਂ ਦੇ ਅਸੀਂ ਬਦਲ ਦਿੱਤੇ ਨੇ ਤਾਂ ਕਿ ਓਰੀਜਨਲ ਉਹਨਾਂ ਦੀ ਜਿਹੜੀ ਪਹਿਚਾਣ ਆ ਉਹਨਾਂ ਨੂੰ ਕੋਈ ਠੇਸ ਨਾ ਪਹੁੰਚੇ। ਸੋ ਸੋਨੀਆ ਜਿਹੜੀ ਆ ਉਹ ਵੀ ਇਸੇ ਤਰੀਕੇ ਨਾਲ ਆਈ ਸੀ ਆਸਟ੍ਰੇਲੀਆ ਦੇ ਵਿੱਚ। ਉਹ ਇੰਟਰਨੈਸ਼ਨਲ ਸਟੂਡੈਂਟ ਵਜੋਂ ਆਈ। ਉਹਦੇ 3 ਸਮੈਸਟਰ ਦੀ ਫੀਸ ਤਾਂ ਉਹਦੇ ਘਰਦਿਆਂ ਨੇ ਭਰ ਦਿੱਤੀ, ਪਰ ਸਿਰਫ 1 ਸਮੈਸਟਰ ਦੀ ਫੀਸ ਰਹਿ ਗਈ। ਉਤੋਂ ਦੀ ਪੈਂਡੈਮਿਕ ਹੋ ਗਿਆ, ਉਹਦੀ ਜੌਬ ਚਲੀ ਗਈ। ਉਹਦੇ ਜਰਮਨ ਵਿੱਚ ਰਹਿੰਦੇ ਕਜ਼ਨ ਨੇ ਉਹਦੇ ਲਈ ਲਾਸਟ ਸਮੈਸਟਰ ਦੀ ਫੀਸ ਭੇਜਣੀ ਸੀ, ਪਰ ਕੁਝ ਪ੍ਰੋਬਲਮਸ ਤੇ ਚੱਲਦਿਆਂ ਉਹ ਛੇਤੀ ਫੀਸ ਭੇਜ ਨਹੀਂ ਸਕਿਆ ਤੇ ਉਧਰੋਂ ਪੂਜਾ ਦੇ ਸਮੈਸਟਰ ਦੀ ਫੀਸ ਭਰਨ ਦਾ ਵੇਲਾ ਹੋ ਗਿਆ। ਪੂਜਾ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਕਿ ਉਸ ਨੂੰ ਜੌਬ ਦੀ ਲੋੜ ਹੈ, ਜੇਕਰ ਕਿਸੇ ਕੋਲ ਕੋਈ ਜੌਬ ਅਵੇਲੇਬਲ ਹੈ ਤਾਂ ਉਹ ਕਰਨ ਲਈ ਰੈਡੀ ਹੈ। ਪੂਜਾ ਦੇ ਜਰਮਨ ਰਹਿੰਦੇ ਭਰਾ ਨੇ ਕਿਹਾ ਕਿ ਉਹ ਉਸ ਦੀ ਫੀਸ ਭਰ ਦੇਵੇਗਾ। ਲਾਸਟ ਸਮੈਸਟਰ ਦੀ ਫੀਸ ਉਸਦੇ ਕਜ਼ਨ ਨੇ ਭਰਨੀ ਸੀ ਜੋ ਕਿ ਜਰਮਨ ਰਹਿੰਦਾ ਸੀ, ਪਰ ਕੁਝ ਪ੍ਰੋਬਲਮਸ ਤੇ ਚੱਲਦਿਆਂ ਜਿਹੜੀ ਫੀਸ ਉਹ ਅਜੇ ਭਰਨ ਦੇ ਵਿੱਚ ਅਸਮਰਥ ਸੀ, ਉਹਦੀ ਫੀਸ ਨਹੀਂ ਪਹੁੰਚ ਪਾਈ। ਉਧਰ ਯੂਨੀਵਰਸਿਟੀ ਦਾ ਟਾਈਮ ਲੰਘਦਾ ਜਾ ਰਿਹਾ ਸੀ, ਲਾਸਟ ਸਮੈਸਟਰ ਦੀ ਫੀਸ ਵੀ ਭਰਨੀ ਸੀ। ਅਜਿਹੇ ਵਿੱਚ ਸੋਨੀਆ ਨੇ ਕੀਤਾ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾਈ ਜਿਹਦੇ ਵਿੱਚ ਉਹਨੇ ਕਿਹਾ ਕਿ ਉਹਨੂੰ $2000 ਦਾ ਲੋਨ ਚਾਹੀਦਾ ਆ ਤੇ ਉਹ ਬਹੁਤ ਜਲਦ ਉਹ ਲੋਨ ਜਿਹੜਾ ਹੈ ਵਾਪਸ ਕਰ ਦੇਗੀ, ਕਮਾਈ ਕਰਕੇ ਦੇ ਦੇਗੀ ਜਾਂ ਫਿਰ ਉਸਦੇ ਜਿਵੇਂ ਕਜ਼ਨ ਨੇ ਪੈਸੇ ਭੇਜਣੇ ਨੇ ਜਿਵੇਂ ਹੀ ਆਉਣਗੇ ਉਸ ਨੂੰ ਵਾਪਸ ਕਰ ਦੇਗੀ। ਇਹ ਦੇਖ ਕੇ ਮੈਲਬੌਰਨ ਵਾਸੀ ਇੱਕ ਸ਼ਖਸ ਨੇ ਉਸ ਨੂੰ ਕੰਟੈਕਟ ਕੀਤਾ। ਇਸ ਸ਼ਖਸ ਨੇ ਸੋਨੀਆ ਨੂੰ ਕਿਹਾ ਕਿ ਉਹ ਉਸ ਨੂੰ $2000 ਦੇਣ ਲਈ ਤਿਆਰ ਹੈ, ਪਰ ਬਸ਼ਰਤੇ ਹਰ ਮਹੀਨੇ ਉਸ ਤੋਂ $40 ਜਿਹੜੇ ਆ ਉਹ ਇੰਟਰਸਟ ਦੇ ਰੂਪ ਵਿੱਚ ਉਹ ਤੋਂ ਵਸੂਲੇਗਾ। ਉਸ ਤੋਂ ਬਾਅਦ ਸੋਨੀਆ ਵੀ ਮੰਨ ਗਈ ਅਤੇ ਉਸਨੇ ਉਸ ਸ਼ਖਸ ਨੂੰ ਕਿਹਾ ਕਿ ਉਹ ਉਸ ਦੀ ਹੈਲਪ ਲੈਣ ਲਈ ਰੈਡੀ ਹੈ ਤੇ ਜੋ ਇੰਟਰਸਟ ਉਹ ਬਣਦਾ ਹੋਏਗਾ ਦੇਣ ਲਈ ਵੀ ਰੈਡੀ ਹੈ। ਉਹ ਸ਼ਖਸ ਨੇ ਸੋਨੀਆ ਤੋਂ ਉਸਦਾ ਐਡਰੈਸ ਮੰਗਿਆ ਕਿਉਂਕਿ ਉਹ ਚਾਹੁੰਦਾ ਸੀ ਕਿ ਪ੍ਰੋਪਰ ਆਈਡੀ ਪ੍ਰੂਫ ਲੈ ਜਾਣ ਤੇ ਉਸ ਤੋਂ ਬਾਅਦ ਹੀ ਪੂਰੇ ਕਾਗਜ਼ਾਤ ਤੇ ਸਾਈਨਸ ਕਰਵਾਉਣ ਤੋਂ ਬਾਅਦ ਹੀ ਸੋਨੀਆ ਨੂੰ ਉਹ ਜਿਹੜੇ ਆ ਲੋਨ ਦੇਵੇ। ਸੋਨੀਆ ਨੇ ਉਸਨੂੰ ਆਪਣਾ ਐਡਰੈਸ ਦੇ ਦਿੱਤਾ। ਉਹ ਪਹਿਲਾਂ ਉਹਨੇ ਬਹੁਤ ਸੋਚਿਆ ਵਿਚਾਰਿਆ, ਫਿਰ ਉਸ ਤੋਂ ਬਾਅਦ ਉਹਨੇ ਆਪਣਾ ਐਡਰੈਸ ਦੇ ਦਿੱਤਾ ਕਿ ਉਹ ਇੱਥੇ ਰਹਿੰਦੀ ਹੈ ਤੇ ਇੱਥੇ ਉਹ ਆਪਣੇ ਸਾਰੇ ਆਈਡੀ ਪ੍ਰੂਫਸ ਵੀ ਦੇਣ ਨੂੰ ਰੈਡੀ ਹੈ ਤੇ ਨਾਲ ਦੀ ਨਾਲ ਸਾਰੇ ਸਾਈਨਸ ਕਰਨ ਨੂੰ ਵੀ ਰੈਡੀ ਹੈ। ਉਹ ਸ਼ਖਸ ਉਹਦੇ ਕੋਲ ਪਹੁੰਚਦਾ ਆ। ਪੂਜਾ ਉਸਨੂੰ ਆਧਾਰ ਕਾਰਡ ਦੇ ਤੌਰ ਤੇ ਆਪਣਾ ਆਈਡੀ ਪ੍ਰੂਫ ਦੇਣ ਦੀ ਕੋਸ਼ਿਸ਼ ਕਰਦੀ ਆ, ਪਰ ਉਹ ਸ਼ਖਸ ਕਹਿੰਦਾ ਹੈ ਕਿ ਮੈਨੂੰ ਤੇਰੇ ਤੇ ਪੂਰਾ ਭਰੋਸਾ ਆ ਕਿ ਤੂੰ ਲੋਨ ਵਾਪਸ ਕਰ ਦੇਂਗੀ, ਸੋ ਮੈਨੂੰ ਤੇਰਾ ਕੋਈ ਵੀ ਆਈਡੀ ਪ੍ਰੂਫ ਨਹੀਂ ਚਾਹੀਦਾ। ਇਸ ਤੋਂ ਬਾਅਦ ਉਸ ਮੈਲਬੌਰਨ ਵਾਸੀ ਦਾ ਥੋੜਾ ਜਿਹਾ ਮਾਈਂਡ ਚੇਂਜ ਹੋ ਜਾਂਦਾ। ਉਹ ਕਹਿੰਦਾ ਉਸਨੂੰ ਆਈਡੀ ਪ੍ਰੂਫ ਦੀ ਲੋੜ ਨਹੀਂ ਹੈਗੀ ਤੇ ਉਹਨੂੰ ਪੂਰਾ ਯਕੀਨ ਹੈ ਕਿ ਸੋਨੀਆ ਉਸਦੇ ਪੈਸੇ ਵਾਪਸ ਕਰ ਦੇਗੀ। ਸੋ ਉਹ ਆਨਲਾਈਨ ਟ੍ਰਾਂਸਫਰ ਸੋਨੀਆ ਦੇ ਅਕਾਊਂਟ ਵਿੱਚ ਕਰ ਦਿੰਦਾ ਹੈ। ਕੁਝ ਹਫ਼ਤੇ ਬੀਤਦੇ ਨੇ ਕਿ ਉਹ ਸ਼ਖਸ ਸੋਨੀਆ ਨੂੰ ਮੈਸੇਜ ਕਰਨਾ ਸ਼ੁਰੂ ਕਰ ਦਿੰਦਾ। ਉਹ ਉਸ ਨੂੰ ਡੇਟ ਲਈ ਪੁੱਛਦਾ, ਫਰੈਂਡਸ਼ਿਪ ਲਈ ਪੁੱਛਦਾ। ਹਾਲਾਂਕਿ ਉਹ ਸ਼ਖਸ ਵਿਆਹਿਆ ਹੋਇਆ ਹੁੰਦਾ। ਫੇਸਬੁੱਕ ਦੇ ਉੱਤੇ ਉਹਦੀ ਫੈਮਿਲੀ ਦੀ ਪੂਰੀ ਪ੍ਰੋਫਾਈਲ ਫੋਟੋ ਲੱਗੀ ਹੁੰਦੀ ਆ, ਉਸਦੇ ਬੱਚੇ ਨੇ, ਉਸਦੀ ਵਾਈਫ ਹੈ। ਇਸ ਦੇ ਬਾਵਜੂਦ ਉਹ ਅਜਿਹੇ ਮੈਸੇਜ ਜਿਹੜੇ ਆ ਸੋਨੀਆ ਨੂੰ ਕਰਦਾ ਆ। ਸੋਨੀਆ ਇੱਥੇ ਬਹੁਤ ਜ਼ਿਆਦਾ ਹੈਰਾਨ ਹੋ ਜਾਂਦੀ ਆ। ਸੋਨੀਆ ਕਹਿੰਦੀ ਆ ਕਿ ਉਸ ਸ਼ਖਸ ਨੇ ਉਸਦੀ ਵਾਕਈ ਹੈਲਪ ਜ਼ਰੂਰ ਕੀਤੀ ਆ, ਪਰ ਉਹ ਇੱਕ ਲੋਨ ਸੀ ਜਿਹਦੇ ਲਈ ਉਹ ਇੰਟਰਸਟ ਪੇ ਕਰਨ ਲਈ ਵੀ ਰੈਡੀ ਹੈ। ਅਜਿਹੇ ਵਿੱਚ ਇਹ ਵਿਅਕਤੀ ਇਸ ਤਰ੍ਹਾਂ ਦੇ ਆਫਰਸ ਕਿਉਂ ਮੰਗ ਸਕਦਾ ਆ? ਸੋਨੀਆ ਨੂੰ ਉਸ ਸ਼ਖਸ ਨੇ ਇੱਥੋਂ ਤੱਕ ਮੈਸੇਜ ਕੀਤੇ ਕਿ ਜੇਕਰ ਉਹ ਉਸ ਨੂੰ ਮਸਾਜ ਦੇਵੇਗੀ ਕਿ ਤਾਂ ਉਹ ਪਰ ਮਸਾਜ ਤੇ $200 ਤੱਕ ਉਸ ਨੂੰ ਪੇ ਕਰਨ ਲਈ ਰੈਡੀ ਹੈ। ਸੋਨੀਆ ਬਹੁਤ ਜ਼ਿਆਦਾ ਘਬਰਾ ਚੁੱਕੀ ਸੀ, ਉਹਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਫਿਰ ਉਸਨੇ ਇੱਕ ਔਰਤ ਤੋਂ ਹੈਲਪ ਮੰਗੀ ਜਿਹੜੀ ਕਿ ਪਹਿਲਾਂ ਵੀ ਉਸ ਨੂੰ ਹੈਲਪ ਕਰ ਚੁੱਕੀ ਆ।
ਇਸ ਤੋਂ ਬਾਅਦ ਉਸ ਔਰਤ ਨੇ ਕਿਹਾ ਕਿ ਤੈਨੂੰ ਪੁਲਿਸ ਕੰਪਲੇਂਟ ਦਰਜ ਕਰਵਾਉਣੀ ਚਾਹੀਦੀ ਆ। ਉਹ ਇਸ ਤੋਂ ਬਾਅਦ ਸੋਨੀਆ ਜਾਂਦੀ ਹੈ, ਪੁਲਿਸ ਕੰਪਲੇਂਟ ਕਰਵਾਉਂਦੀ ਹੈ, ਪਰ ਪੁਲਿਸ ਵੀ ਉਸ ਵਿਅਕਤੀ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕਰਦੀ ਕਿਉਂਕਿ ਉਸ ਵਿਅਕਤੀ ਨੇ ਸੋਨੀਆ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ। ਪੁਲਿਸ ਸੋਨੀਆ ਨੂੰ ਇਹੀ ਕਹਿੰਦੀ ਹੈ ਕਿ ਤੂੰ ਜਿੰਨੀ ਜਲਦੀ ਹੋ ਸਕਦੀ ਆ ਇਹ ਅਮਾਉਂਟ ਜਿਹੜੀ ਆ ਉਸ ਨੂੰ ਵਾਪਸ ਕਰ ਦੇ। ਉਧਰੋਂ ਜਦੋਂ ਉਹ ਲੇਡੀ ਵੀ ਜਿਹਨੇ ਸੋਨੀਆ ਦੀ ਹੈਲਪ ਕੀਤੀ ਹੁੰਦੀ ਹੈ, ਉਹ ਲੇਡੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪੋਸਟ ਕਰਦੀ ਹੈ ਜਿਸ ਵਿੱਚ ਉਸ ਵਿਅਕਤੀ ਦੇ ਬਾਰੇ ਵਿੱਚ ਗੱਲ ਕੀਤੀ ਹੁੰਦੀ ਆ। ਜਦੋਂ ਵਿਅਕਤੀ ਤੱਕ ਉਹ ਵੀਡੀਓ ਪਹੁੰਚਦੀ ਆ, ਉਹ ਸੋਨੀਆ ਨੂੰ ਮੈਸੇਜ ਕਰਕੇ ਕਹਿੰਦਾ ਕਿ ਉਸ ਦਾ ਕੋਈ ਵੀ ਅਜਿਹਾ ਇੰਟੈਂਸ਼ਨ ਨਹੀਂ ਸੀ ਤੇ ਸੋਨੀਆ ਨੇ ਇਸ ਨੂੰ ਗਲਤ ਤਰੀਕੇ ਨਾਲ ਲਿਆ। ਸੋਨੀਆ ਸਾਰੇ ਇਨਸੀਡੈਂਟ ਨੂੰ ਆਪਣੇ ਪੇਰੈਂਟਸ ਨਾਲ ਵੀ ਡਿਸਕਸ ਕਰਦੀ ਆ, ਜਿਹੜੇ ਕਿ ਇਹ ਕਹਿੰਦੇ ਨੇ ਕਿ ਸਾਨੂੰ ਆਪਣੀ ਧੀ ਦੇ ਉੱਤੇ ਮਾਣ ਆ ਜਿਸ ਨੇ ਅਜਿਹੀ ਮੁਸੀਬਤ ਦਾ ਡਟ ਕੇ ਸਾਹਮਣਾ ਕੀਤਾ। ਸੋ ਇੱਥੇ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਵੀ ਬਣਦੀ ਹੈ ਕਿ ਆਪਣੇ ਬੱਚੀਆਂ ਦੇ ਉੱਤੇ ਤੁਸੀਂ ਵਿਸ਼ਵਾਸ ਕਰੋ। ਅਜਿਹੇ ਹਰ ਵਾਰੀ ਬਹੁਤ ਸਾਰੀਆਂ ਕੁੜੀਆਂ ਨੂੰ ਅਜਿਹੀਆਂ ਸਿਚੁਏਸ਼ਨਸ ਵਿੱਚੋਂ ਲੰਘਣਾ ਪੈਂਦਾ, ਉਹਨਾਂ ਨੂੰ ਫੇਸ ਕਰਨਾ ਪੈਂਦਾ ਆ, ਪਰ ਕਈ ਵਾਰੀ ਇਹ ਹੁੰਦਾ ਕਿ ਡਰ ਦੇ ਮਾਰੇ ਉਹ ਘਰਦਿਆਂ ਨੂੰ ਨਹੀਂ ਦੱਸਦੀਆਂ ਕਿ ਘਰਦੇ ਕੀ ਸੋਚਣਗੇ। ਸੋ ਘਰਦਿਆਂ ਨੂੰ ਵੀ ਬਹੁਤ ਲੋੜ ਹੈ ਕਿ ਅਜਿਹੇ ਮੌਕੇ ਤੇ ਆਪਣੀਆਂ ਕੁੜੀਆਂ ਨੂੰ ਤੁਸੀਂ ਸਪੋਰਟ ਕਰੋ। ਸੋਨੀਆ ਕਹਿੰਦੀ ਹੈ ਕਿ ਉਹ ਇਕੱਲੀ ਅਜਿਹੀ ਨਹੀਂ ਹੈ, ਕਿ ਉਹਦੀ ਇੱਕ ਰੂਮਮੇਟ ਵੀ ਅਜਿਹੀ ਆ ਜਿਹਦੇ ਨਾਲ ਇਹ ਸਭ ਕੁਝ ਹੋ ਚੁੱਕਿਆ। ਉਹਦੀ ਰੂਮਮੇਟ ਨੇ ਪੈਂਡੈਮਿਕ ਦੇ ਕਰਕੇ ਆਪਣੀ ਜੌਬ ਖੋ ਬੈਠੀ ਸੀ ਤੇ ਉਸਨੇ ਆਨਲਾਈਨ ਪਾਇਆ ਕਿ ਉਸ ਨੂੰ ਕੋਈ ਨੌਕਰੀ ਦੀ ਲੋੜ ਹੈ। ਇੱਕ ਵਿਅਕਤੀ ਨੇ ਉਹਨੂੰ ਕਿਹਾ ਕਿ ਉਹਦੇ ਕੋਲ ਨੌਕਰੀ ਤਾਂ ਹੈ ਨਹੀਂ ਗੀ, ਪਰ ਉਹ ਕੁਝ ਰਾਸ਼ਨ ਪਾਣੀ ਜ਼ਰੂਰ ਦੇ ਸਕਦਾ ਆ। ਜਿਸ ਤੋਂ ਬਾਅਦ ਉਹ ਲੜਕੀ ਵੀ ਉਸਦੀ ਹੈਲਪ ਲੈਣ ਲਈ ਰੈਡੀ ਹੋ ਜਾਂਦੀ ਹੈ ਕਿ ਜੇਕਰ ਚਲੋ ਜਿਵੇਂ ਖਾਲਸਾ ਏਡ ਵਰਗੇ ਹੈਲਪ ਕਰ ਰਹੇ ਨੇ, ਜੇਕਰ ਇਹ ਵਿਅਕਤੀ ਵੀ ਕਰ ਦੂਗਾ ਤਾਂ ਇਟਸ ਓਕੇ ਆ। ਪਰ ਜਦੋਂ ਉਹ ਵਿਅਕਤੀ ਉਹਨੂੰ ਰਾਸ਼ਨ ਪਾਣੀ ਦੇ ਕੇ ਜਾਂਦਾ ਹੈ, ਉਸ ਤੋਂ ਕੁਝ ਦੇਰ ਬਾਅਦ ਹੀ ਉਹ ਉਸ ਨੂੰ ਮੈਸੇਜ ਕਰਨੇ ਸ਼ੁਰੂ ਕਰ ਦਿੰਦਾ। ਹਾਲਾਂਕਿ ਉਹ ਲੜਕੀ ਉਸ ਮੁੰਡੇ ਨੂੰ ਵੀਰਾ ਕਹਿ ਕੇ ਬੁਲਾਉਂਦੀ ਸੀ। ਉਹ ਕਹਿੰਦਾ ਮੈਂ ਤੇਰਾ ਕੋਈ ਵੀਰ ਨਹੀਂ ਹੈਗਾ, ਮੈਂ ਤੇਰੀ ਹੈਲਪ ਸਿਰਫ ਇਸ ਲਈ ਕੀਤੀ ਹੈ ਕਿਉਂਕਿ ਮੈਂ ਤੇਰੇ ਨਾਲ ਫਰੈਂਡਸ਼ਿਪ ਕਰਨਾ ਚਾਹੁੰਦਾ ਆ, ਮੈਂ ਤੇਰੀਆਂ ਸਰਵਿਸਿਜ਼ ਲੈਣਾ ਚਾਹੁੰਦਾ ਆ। ਸੋ ਇਸ ਤੋਂ ਬਾਅਦ ਉਹ ਕੁੜੀ ਪਰ ਚੁੱਪ ਰਹੀ ਸਿਰਫ ਇਸ ਕਰਕੇ ਕਿਉਂਕਿ ਉਹ ਇੰਨੀ ਜ਼ਿਆਦਾ ਬੋਲਡ ਨਹੀਂ ਸੀ ਕਿ ਇਸ ਸਾਰੇ ਮੈਟਰ ਦੇ ਵਿੱਚ ਕੋਈ ਸਟੈਪ ਚੁੱਕ ਸਕਦੀ। ਉਹਨੂੰ ਇਹ ਸੀ ਕਿ ਜੇ ਉਹਦੇ ਘਰ ਤੱਕ ਇਹ ਗੱਲ ਪਹੁੰਚ ਗਈ ਤਾਂ ਉਸਨੂੰ ਕਿਤੇ ਘਰ ਦੇ ਵਾਪਸ ਨਾ ਬੁਲਾ ਲੈਣ। ਸੋ ਸਮੇਂ-ਸਮੇਂ ਤੇ ਕੁੜੀਆਂ ਦੇ ਨਾਲ ਅਜਿਹਾ ਹੁੰਦਾ ਰਹਿੰਦਾ ਆ। ਇਹ ਸਟੋਰੀ ਨੂੰ ਹਾਈਲਾਈਟ ਕਰਨ ਦਾ ਮਕਸਦ ਇਹ ਸੀ ਕਿ ਸਿਰਫ ਆਸਟ੍ਰੇਲੀਆ ਨਹੀਂ, ਜਿੱਥੇ ਵੀ ਕੁੜੀਆਂ ਜਾਂਦੀਆਂ ਨੇ, ਕੰਮਕਾਰ ਕਰਦੀਆਂ ਨੇ, ਬਹੁਤੀਆਂ ਨੂੰ ਅਜਿਹੇ ਕਈ ਵਾਰੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ। ਸੋ ਜਿਹੜੀ ਸੋਸਾਇਟੀ ਦੀ ਇੱਥੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਸਾਡੀ ਜਿੰਨੀਆਂ ਵੀ ਕੁੜੀਆਂ ਦੀ ਮੈਂ ਗੱਲ ਕੀਤੀ ਆ, ਉਹਨਾਂ ਸਭ ਦਾ ਕਹਿਣਾ ਕਿ ਜਿੰਨੇ ਵੀ ਉਹਨਾਂ ਨੂੰ ਮੈਸੇजेस ਜਾ ਰਹੇ ਸੀ ਉਹ ਸਾਰੇ 99.9% ਸਾਡੇ ਭਾਰਤੀ ਮਰਦਾਂ ਦੇ ਸੀ। ਸੋ ਤੁਸੀਂ ਸਾਡੀ ਸੋਚ ਦੇਖ ਸਕਦੇ ਹੋ। ਅਸੀਂ ਇੱਥੇ ਕਹਿੰਦੇ ਅਸੀਂ ਬਗਾਨੇ ਮੁਲਕਾਂ 'ਚ ਆ ਗਏ ਹਾਂ, ਇਹਨਾਂ ਵਰਗਾ ਅਸੀਂ ਰਹਿਣ ਸਹਿਣ ਅਪਣਾ ਲਿਆ, ਇਹਨਾਂ ਵਰਗੇ ਅਸੀਂ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਨੇ, ਪਰ ਸੋਚ ਸਾਡੀ ਅਜੇ ਵੀ ਬਹੁਤ ਛੋਟੀ ਆ। ਕੁੜੀਆਂ ਦੇ ਕੱਪੜੇ ਛੋਟੇ ਨਹੀਂ ਹੋਏ, ਸਾਡੀ ਸੋਚ ਬਹੁਤ ਛੋਟੀ ਹੋ ਚੁੱਕੀ ਹੈ। ਸੋ ਜਿਹੜੇ ਇਹ ਸੋਚਦੇ ਨੇ ਕਿ ਕਿਸੇ ਦੀ ਮਜਬੂਰੀ ਦਾ ਅਸੀਂ ਇਸ ਤਰੀਕੇ ਨਾਲ ਫਾਇਦਾ ਚੁੱਕ ਸਕਦੇ ਹਾਂ। ਖਾਸ ਤੌਰ ਤੇ ਸਾਡੀ ਕੁੜੀਆਂ ਨੂੰ ਵੀ ਇਹੀ ਰਿਕੁਐਸਟ ਹੈ ਕਿ ਜਦੋਂ ਤੁਸੀਂ ਐਵੇਂ ਦੀ ਸਿਚੁਏਸ਼ਨ ਦਾ ਸਾਹਮਣਾ ਕਰਦੇ ਹੋ ਤਾਂ ਇਸ ਦਾ ਡਟ ਕੇ ਮੁਕਾਬਲਾ ਕਰੋ। ਉਸ ਪਰਸਨ ਨੂੰ ਮੂੰਹ ਤੋੜ ਜਵਾਬ ਦਿਵੋ ਤੇ ਇਸ ਦੇ ਬਾਰੇ ਵਿੱਚ ਕਿਸੇ ਦੀ ਹੈਲਪ ਜ਼ਰੂਰ ਲਵੋ। ਆਰਗੇਨਾਈਜੇਸ਼ਨਸ ਐਵੇਂ ਦੀਆਂ ਬਣੀਆਂ ਹੋਈਆਂ ਨੇ, ਉਹਨਾਂ ਦੀ ਹੈਲਪ ਲਵੋ ਜਾਂ ਫਿਰ ਪੁਲਿਸ ਨੂੰ ਇਸ ਦੇ ਬਾਰੇ ਵਿੱਚ ਜਾਣਕਾਰੀ ਜ਼ਰੂਰ ਦਿਵੋ। ਕਈ ਵਾਰੀ ਇੱਦਾਂ ਹੁੰਦਾ ਕਿ ਕੋਈ ਅਜਿਹਾ ਸਨਕੀ ਪਰਸਨ ਵੀ ਹੋ ਸਕਦਾ ਜਿਹੜਾ ਕੱਲ੍ਹ ਨੂੰ ਤੁਹਾਨੂੰ ਕੋਈ ਨੁਕਸਾਨ ਵੀ ਪਹੁੰਚਾ ਸਕਦਾ। ਸੋ ਅਜਿਹੀਆਂ ਸਿਚੁਏਸ਼ਨਸ 'ਚੋਂ ਆਪਣੇ ਆਪ ਨੂੰ ਬਾਹਰ ਕੱਢੋ। ਦੂਜੀ ਗੱਲ ਇਹ ਹੈ ਕਿ ਤੁਸੀਂ ਬਗਾਨੇ ਮੁਲਕਾਂ ਵਿੱਚ ਆਏ ਜ਼ਰੂਰ ਹੋ, ਇੱਥੋਂ ਦੀ ਪੁਲਿਸ ਤੁਹਾਡੀ ਬਹੁਤ ਹੈਲਪ ਕਰਦੀ ਆ। ਇੱਥੇ ਇੰਡੀਅਨ ਕਮਿਊਨਿਟੀਜ਼ ਦੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ। ਇੰਡੀਅਨ ਕਮਿਊਨਿਟੀਜ਼ ਮੈਂ ਕਹਿ ਰਹੀ ਹਾਂ, ਪਰ ਜਿੰਨੀਆਂ ਵੀ ਕੁੜੀਆਂ ਨੇ ਨਾ, ਇਹ ਕਹਿੰਦੀਆਂ ਕਿ ਸਾਨੂੰ ਹੁਣ ਇੰਡੀਅਨ ਕਮਿਊਨਿਟੀ ਤੇ ਤਾਂ ਭਰੋਸਾ ਹੀ ਨਹੀਂ ਰਿਹਾ। ਅਸੀਂ ਕਿਸੇ ਹੋਰ ਤੋਂ ਹੈਲਪ ਮੰਗ ਸਕਦੇ ਹਾਂ, ਪਰ ਸਾਡੇ ਆਪਣੇ ਮੁੰਡਿਆਂ ਤੋਂ ਅਸੀਂ ਹੈਲਪ ਨਹੀਂ ਮੰਗਾਂਗੇ ਕਿਉਂਕਿ ਉਹਨਾਂ ਨੇ ਹੀ ਸਾਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ। ਸੋ ਇਸ ਵਕਤ ਸਾਰੀ ਕਮਿਊਨਿਟੀ ਨੂੰ ਵੀ ਇਹੀ ਬੇਨਤੀ ਹੈ ਕਿ ਆਪਣੇ ਜੇਕਰ ਅਸੀਂ ਸੱਭਿਆਚਾਰ ਦੀ ਅਸੀਂ ਗੱਲਾਂ ਦਿੰਦੇ ਹਾਂ, ਦੁਹਾਈ ਦਿੰਦੇ ਹਾਂ, ਕਮ ਸੇ ਕਮ ਵਿਦੇਸ਼ਾਂ ਵਿੱਚ ਜੇ ਬੱਚੀਆਂ ਪੜ੍ਹਨ ਲਈ ਆਈਆਂ ਨੇ, ਅਸੀਂ ਕਹਿੰਦੇ ਹਾਂ ਕਿ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ, ਇਹ ਚੀਜ਼ ਨੂੰ ਮਾੜਾ ਮੋਟਾ ਅਪਣਾ ਕੇ ਵੀ ਦੇਖੋ। ਸੋ ਜੀ, ਹਮਦਰਦ ਟੀਵੀ ਵੀ ਸੈਲੂਟ ਕਰਦਾ ਅਜਿਹੀਆਂ ਕੁੜੀਆਂ ਨੂੰ ਜਿਹੜੀਆਂ ਕਿ ਕਦਮ ਪਿੱਛੇ ਨਹੀਂ ਪੁੱਟਦੀਆਂ ਤੇ ਹੌਸਲੇ ਦੇ ਨਾਲ ਅਜਿਹੀਆਂ ਸਿਚੁਏਸ਼ਨਸ ਦਾ ਸਾਹਮਣਾ ਕਰਦੀਆਂ ਨੇ। ਜੇਕਰ ਇਸ ਵਕਤ ਕੋਈ ਫੀਮੇਲ ਇੰਟਰਨੈਸ਼ਨਲ ਸਟੂਡੈਂਟ ਸਾਡਾ ਪ੍ਰੋਗਰਾਮ ਦੇਖ ਰਹੀ ਹੈ ਜਾਂ ਕੋਈ ਵੀ ਸਾਡਾ ਪ੍ਰੋਗਰਾਮ ਦੇਖ ਰਹੀ ਹੈ, ਕਿਸੇ ਨੂੰ ਐਵੇਂ ਦੀ ਸਿਚੁਏਸ਼ਨ ਦੇ ਵਿੱਚੋਂ ਤੁਸੀਂ ਲੰਘੀ ਹੋ, ਆਪਦੀ ਸਿਚੁਏਸ਼ਨ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਤੁਹਾਨੂੰ ਪ੍ਰੋਗਰਾਮ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸਿਓ ਜ਼ਰੂਰ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।